ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿੱਥੇ ਮਹਾਂਪੁਰਖ ਦਿਆਲੂ ਹੁੰਦੇ ਆ, ਕਿਰਪਾਲੂ ਹੁੰਦੇ ਆ, ਉੱਥੇ ਨਾਲ ਬੇਪਰਵਾਹ ਵੀ ਹੁੰਦੇ ਆ। ਇਹ ਜਿਹੜੀ ਬੇਪਰਵਾਹੀ ਆ ਉਹਨਾਂ ਦੇ ਅੰਦਰ ਇਸ ਤਰ੍ਹਾਂ ਰਹਿੰਦੀ ਆ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਮਛਲੀ ਰਹਿੰਦੀ ਆ। ਸੋ ਮਹਾਂਪੁਰਖ ਜਿਹੜੇ ਆ ਉਹ ਕੇਵਲ ਤੇ ਕੇਵਲ ਜਿਹੜੇ ਗਰੀਬ ਆ, ਗਰੀਬਾਂ ਨੂੰ ਨਿਵਾਜਦੇ ਆ। ਔਰ ਖਾਸ ਕਰਕੇ ਜਿਨ੍ਹਾਂ ਦੇ ਅੰਦਰ ਹਉਂ ਦਾ ਰੋਗ ਆ, ਹਉਮੈ ਦਾ ਰੋਗ ਆ, ਉਹਨਾਂ ਤੋਂ ਮਹਾਂਪੁਰਖ ਜਿਹੜੇ ਆ ਬੇਪਰਵਾਹ ਰਹਿੰਦੇ, ਚਾਹੇ ਉਹ ਆਦਮੀ ਕਿਤੇ ਵੀ ਵੱਡੇ ਅਹੁਦੇ 'ਤੇ ਕਿਉਂ ਨਾ ਹੋਵੇ। ਅੱਜ ਦਾਸ ਇਸੇ ਸੰਦਰਭ ਦੇ ਵਿੱਚ ਮਹਾਂਪੁਰਖਾਂ ਦੀ ਬੇਪਰਵਾਹੀ ਕੀ ਹੁੰਦੀ ਆ, ਇਸ ਦੇ ਇੱਕ ਦੋ ਪ੍ਰਮਾਣ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਇੱਕ ਮਲਵਾੜ ਦੇ ਇਲਾਕੇ ਦੇ ਵਿੱਚ ਇੱਕ ਰਾਜਾ ਹੁੰਦਾ ਸੀਗਾ। ਉਹ ਰਾਜਾ ਜਿਹੜਾ ਸੀਗਾ ਨਾ, ਉਹਦੇ ਮਨ ਦੇ ਵਿੱਚ ਸ਼ਾਂਤੀ ਨਹੀਂ ਸੀ ਆਉਂਦੀ। ਹਮੇਸ਼ਾ ਮਨ ਦੀ ਸੋਚ ਜਿਹੜੀ ਸੀ, ਕਲਪਨਾ ਜਿਹੜੀ ਸੀ, ਉਹ ਭਟਕਦੀ ਰਹਿੰਦੀ ਸੀ ਅਤੇ ਉਸ ਰਾਜੇ ਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ। ਸੋ ਇੱਕ ਵਾਰ ਉਹਨੇ ਆਪਣੇ ਸਾਰੇ ਜਿਹੜੇ ਨਾਲ ਦੇ ਵਜ਼ੀਰ, ਸਾਥੀ, ਸਲਾਹਕਾਰ ਸਾਰੇ ਇਕੱਠੇ ਕੀਤੇ ਤਾਂ ਉਹਨਾਂ ਨੂੰ ਆਖਿਆ ਵੀ ਭਾਈ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਹਮੇਸ਼ਾ ਅੰਦਰ ਤੜਫ ਰਹਿੰਦੀ ਆ, ਅਤੇ ਤੁਸੀਂ ਕੋਈ ਐਸਾ ਮੈਨੂੰ ਕੋਈ ਸੰਤ ਸਾਧੂ ਮਿਲਾਓ ਵੀ ਜਿਹਦੇ ਨਾਲ ਮੇਰੇ ਅੰਦਰ ਸ਼ਾਂਤੀ ਆ ਜਾਵੇ, ਐਨ ਮਨ ਜਿਹੜਾ ਨਾ ਬਿਲਕੁਲ ਨਿਰਮਲ ਹੋ ਜਾਵੇ, ਸਾਫ਼ ਹੋ ਜਾਵੇ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਉਹਨਾਂ ਨੇ ਕੀ ਕੀਤਾ, ਕਈ ਸਾਧੂਆਂ ਦੇ ਨਾਲ ਉਸ ਰਾਜੇ ਦੀ ਜਿਹੜੀ ਆ ਉਹ ਮੁਲਾਕਾਤ ਕਰਾਈ। ਪਰ ਕਈ ਜਿਹੜੇ ਸਾਧੂ ਸੰਨਿਆਸੀ ਜਾਂ ਹੋਰ ਜਿੰਨੇ ਵੀ ਜਿਹੜੇ ਸੀ ਉਹਨਾਂ ਟਾਈਮਾਂ ਦੇ ਵਿੱਚ ਸੀ, ਉਹਨਾਂ ਸਾਰਿਆਂ ਕੋਲ ਰਾਜਾ ਜਿਹੜਾ ਸੀ ਉਹ ਆਉਂਦਾ ਜਾਂਦਾ ਰਿਹਾ। ਪਰ ਰਾਜੇ ਦੇ ਮਨ ਦੇ ਅੰਦਰ ਜਿਹੜੀ ਧਰਵਾਸ ਸੀ ਉਹ ਨਹੀਂ ਵੱਜੀ। ਜਦ ਰਾਜੇ ਦੇ ਮਨ 'ਚ ਧਰਵਾਸ ਨਹੀਂ ਵੱਜੀ, ਰਾਜੇ ਦੇ ਮਨ 'ਚ ਹੋ ਗਿਆ ਕਿ ਇਹ ਜਿੰਨੇ ਧਰਮ ਦੇ ਸਾਧੂ ਆ, ਜਿੰਨੇ ਵੀ ਜਿਹੜੇ ਸੰਤ ਪੀਰ ਮਹਾਤਮਾ ਹੈਗੇ ਆ, ਇਹਨਾਂ ਦੇ ਅੰਦਰ ਐਸੀ ਕੋਈ ਕਲਾ ਨਹੀਂ ਹੈਗੀ, ਅਤੇ ਜਾਂ ਇਉਂ ਕਹਿ ਲਓ ਕਿ ਇਹ ਸਾਰੇ ਜਿਹੜੇ ਆ ਉਹ ਕੇਵਲ ਅਤੇ ਕੇਵਲ ਇੱਕ ਢੋਂਗੀ ਹੈਗੇ ਆ। ਜਦ ਰਾਜੇ ਦੇ ਮਨ 'ਤੇ ਇਸ ਤਰ੍ਹਾਂ ਦੀ ਜਿਹੜੀ ਵਿਚਾਰ ਉੱਠਣੀ ਸ਼ੁਰੂ ਹੋ ਗਈ ਅਤੇ ਇੱਕ ਦਿਨ ਕੋਈ ਰਾਜੇ ਦੇ ਕੋਲ ਇੱਕ ਸੱਜਣ ਆਏ ਅਤੇ ਉਹਨਾਂ ਨੂੰ ਕਹਿਣ ਲੱਗੇ ਕਿ ਸਾਡੇ ਇਸ ਇਲਾਕੇ ਦੇ ਵਿੱਚ ਇੱਕ ਸਿੱਖਾਂ ਦੇ ਅੰਦਰ ਇੱਕ ਸਾਧੂ ਰਹਿੰਦੇ ਆ, ਜਿਨ੍ਹਾਂ ਦਾ ਨਾਂ ਹੈ ਸੰਤ ਮਹਿਤਾਬ ਸਿੰਘ। ਇਹ ਜਿਹੜੇ ਸੰਤ ਮਹਿਤਾਬ ਸਿੰਘ ਹੈ, ਬ੍ਰਹਮ ਗਿਆਨੀ ਮਹਾਂਪੁਰਖ ਆ। ਸੋ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਇਸ ਤਰ੍ਹਾਂ ਦੀ ਜਿਹੜੀ ਆ ਕੋਈ ਆਸ਼ਰਮ ਨਹੀਂ ਬਣਾਇਆ, ਕੋਈ ਹੋਰ ਨਹੀਂ ਬਣਾਇਆ। ਹਮੇਸ਼ਾ ਜਿਹੜੇ ਆ ਉਹ ਇੱਕ ਦਰੱਖਤ ਦੇ ਥੱਲੇ ਉਹਦੇ ਹੇਠਾਂ ਬੈਠੇ ਰਹਿੰਦੇ ਆ, ਜਿੱਥੇ ਛਾਂ ਜਾਂਦੀ ਆ ਉਸ ਜਗ੍ਹਾ ਤੋਂ ਉੱਠ ਕੇ ਜਿੱਧਰ ਛਾਂ ਹੁੰਦੀ ਉੱਧਰ ਚਲੇ ਜਾਂਦੇ। ਇਸ ਤਰ੍ਹਾਂ ਉਹਨਾਂ ਦਾ ਆਪਣਾ ਜੀਵਨ ਆ। ਅਤੇ ਇਹ ਮਹਾਂਪੁਰਖ ਜਿਹੜੇ ਬੇਪਰਵਾਹ ਹੈ, ਔਰ ਇਹ ਮਹਾਂਪੁਰਖਾਂ ਨੂੰ ਦੁਨੀਆ ਹਨ ਜਿਹੜੀ ਸੰਗਤ ਉਹ ਬ੍ਰਹਮ ਗਿਆਨੀ ਮਹਾਂਪੁਰਖਾਂ ਕਰਕੇ ਜਾਣਦੀ ਆ। ਸੋ ਉਸ ਤੋਂ ਬਾਅਦ ਜਿਹੜੇ ਸੀਗੇ ਉਹ ਸੱਜਣ ਉਸ ਰਾਜੇ ਨੂੰ ਸੰਤ ਮਹਾਂਪੁਰਖ ਮਹਿਤਾਬ ਸਿੰਘ ਜੀ ਦੇ ਪਾਸ ਲਏ। ਜਦ ਬਾਬਾ ਮਹਿਤਾਬ ਸਿੰਘ ਦੇ ਪਾਸ ਰਾਜਾ ਆਇਆ ਅਤੇ ਉਸ ਰਾਜੇ ਨੇ ਆ ਕੇ ਜਿਹੜੀ ਸੀ ਉਹ ਜਦ ਸੰਤਾਂ ਨੂੰ ਸਲਾਮ ਕੀਤੀ ਅਤੇ ਕੋਲ ਬੈਠ ਗਿਆ, ਅਤੇ ਮਹਾਂਪੁਰਖਾਂ ਨੇ ਜਿਹੜਾ ਸੀ ਕੋਈ ਵੀ ਵਚਨ ਉਹ ਰਾਜੇ ਨਾਲ ਸਾਂਝਾ ਨਹੀਂ ਕੀਤਾ। ਜਦ ਰਾਜੇ ਨਾਲ ਕੋਈ ਵੀ ਵਚਨ ਸਾਂਝਾ ਨਹੀਂ ਕੀਤਾ, ਉਸ ਤੋਂ ਬਾਅਦ ਜਿਹੜਾ ਸੀ ਰਾਜਾ, ਕਿਉਂਕਿ ਮਹਾਂਪੁਰਖਾਂ ਦਾ ਪ੍ਰਭਾਵ ਹੁੰਦਾ, ਜਿਵੇਂ ਗੁਰਬਾਣੀ ਦਾ ਫਰਮਾਨ ਹੈ ਨਾ ਕਿ ਸਾਧ ਕੇ ਸੰਗ ਕੁਛ ਨਾਹੀ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸੋ ਇਸ ਤਰ੍ਹਾਂ ਉਹ ਰਾਜੇ ਦੀ ਜਿਹੜੀ ਸੀ ਕੋਲ ਬੈਠਿਆਂ ਮਹਾਂਪੁਰਖਾਂ ਦੇ ਤੇਜ ਤਪ ਕਰਕੇ ਸਮਾਧੀ ਲੱਗ ਗਈ। ਜਦ ਸਮਾਧੀ ਲੱਗ ਗਈ, ਅੰਦਰ ਆਨੰਦ ਦੀਆਂ ਝਰਨਾਟਾਂ ਛੜ ਪਈਆਂ। ਮਨ ਜਿਹੜਾ ਸੀਗਾ ਉਹ ਬਿਲਕੁਲ ਆਨੰਦ ਦੇ ਸਾਗਰ ਦੇ ਵਿੱਚ ਠਾਠਾ ਮਨ ਲੱਗ ਪਿਆ। ਇੰਨੀ ਸ਼ਾਂਤੀ ਅੰਦਰ ਪੈਦਾ ਹੋ ਗਈ, ਅਜੀਬ ਅਕਹਿ ਰਸ ਪੈਦਾ ਹੋ ਗਿਆ, ਖੁਸ਼ੀ ਜਿਸ ਨੂੰ ਕਹਿੰਦੇ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਸਤਿਗੁਰ ਨਦਰ ਕਰੇ, ਐਸਾ ਰਸ ਕੇ ਗੂੰਗੇ ਦੀ ਮਠਿਆਈ। ਰਾਜਾ ਜਿਹੜਾ ਸੀਗਾ ਇਸ ਹੀ ਰਸ ਦੇ ਆਨੰਦ ਦੇ ਵਿੱਚ ਪੂਰੀ ਤਰ੍ਹਾਂ ਗਵਾਚ ਗਿਆ। ਜਦ ਗਵਾਚ ਗਿਆ, ਜਦ ਤੱਕ ਉਹ ਰਾਜਾ ਬੈਠਾ ਰਿਹਾ ਤਦ ਤੱਕ ਉਹਦੀ ਹਾਲਤ ਇਸ ਤਰ੍ਹਾਂ ਰਹੀ ਆ। ਉਸ ਤੋਂ ਬਾਅਦ ਜਦ ਕਾਫੀ ਸਮਾਂ ਹੋ ਗਿਆ ਅਤੇ ਫਿਰ ਜਿਹੜੇ ਸੀ ਮਹਾਤਮਾ ਜਿਹੜੇ ਸੀ ਉਹ ਤਾਂ ਇੱਕ ਪਾਸੇ ਹੋ ਗਏ। ਪਰ ਰਾਜਾ ਜਦ ਜਿਹੜਾ ਸੀ ਉਹ ਉੱਠ ਕੇ ਜਿਹੜਾ ਸੀ ਇੰਨਾ ਖੁਸ਼ ਹੋਇਆ ਅਤੇ ਉਹ ਆਪਣਾ ਜਿਹੜਾ ਨਾਲ ਦਾ ਖਜ਼ਾਨਚੀ ਸੀ ਉਹਨੂੰ ਕਹਿਣ ਲੱਗਾ ਕਿ ਇਸ ਤਰ੍ਹਾਂ ਕਰੋ, 1 ਲੱਖ ਰੁਪਈਆ ਲੈ ਕੇ ਆਓ। ਇਹ ਲੱਖ ਰੁਪਈਆ ਜਿਹੜਾ ਹੈ ਨਾ, ਇਹ ਸੰਤ ਬਾਬਾ ਮਹਿਤਾਬ ਸਿੰਘ ਹੁਣਾਂ ਨੂੰ ਭੇਟਾ ਕਰੋ। ਜਦ ਇੰਨੀ ਗੱਲ ਹੋਈ ਅਤੇ ਉਸੇ ਟਾਈਮ ਜਿਹੜੇ ਰਾਜੇ ਦੇ ਹੁਕਮ ਦੇ ਆਦੇਸ਼ ਦੀ ਪਾਲਣਾ ਕੀਤੀ। 1 ਲੱਖ ਰੁਪਈਆ ਉਹਨਾਂ ਟਾਈਮਾਂ ਦੇ ਵਿੱਚ ਚਾਂਦੀ ਦੀਆਂ ਮੋਹਰਾਂ ਸੀਗੀਆਂ, ਸਾਰੀਆਂ ਥੈਲੀਆਂ ਲਿਆ ਕੇ ਮਹਾਂਪੁਰਖਾਂ ਦੇ ਕਦਮਾਂ 'ਚ ਰੱਖੀਆਂ। ਜਦ ਕਦਮਾਂ 'ਚ ਰੱਖੀਆਂ ਅਤੇ ਸੰਤ ਮਹਿਤਾਬ ਸਿੰਘ ਜਿਹੜੇ ਸੀਗੇ ਇਹਨਾਂ ਨੂੰ ਦੇਖ ਕੇ ਕਹਿਣ ਲੱਗੇ, ਕਹਿੰਦੇ ਭਾਈ ਇਹ ਰੋੜੇ ਕੰਕੜ ਕਿਸ ਵਾਸਤੇ ਤੁਸੀਂ ਇਹ ਰੱਖੇ ਆ। ਜਦ ਉਹਨਾਂ ਮੋਹਰਾਂ ਨੂੰ ਮਹਾਂਪੁਰਖ ਨੇ ਰੋੜੇ ਕੰਕਰ ਕਿਹਾ ਤਾਂ ਸਾਰੇ ਜਿਹੜੇ ਸੀਗੇ ਨਾਲ ਦੇ ਹੋਰ ਸਭ ਦੰਗ ਰਹਿ ਗਏ। ਤਾਂ ਪਰ ਉਹ ਰਾਜੇ ਨੇ ਆਖਿਆ, ਕਹਿੰਦੇ ਮਹਾਰਾਜ ਵੀ ਮੇਰੀ ਕੁਛ ਤੁਛ ਭੇਟਾ ਹੈਗੀ, ਇਹ ਤੁਸੀਂ ਸਵੀਕਾਰ ਕਰੋ। ਕਿ ਉਹਨਾਂ ਸਮਿਆਂ ਦੇ ਵਿੱਚ 1 ਲੱਖ ਰੁਪਈਆ ਬਹੁਤ ਵੱਡੀ ਰਕਮ ਹੁੰਦੀ ਸੀ, ਜਦ ਕਿ ਇਹ ਜਿਹੜੇ ਸਮੇਂ ਸੀਗੇ ਆਨੀਆਂ, ਦੀਵਾਨੀਆਂ, ਚਵਾਨੀਆਂ ਵਾਲੇ ਹੁੰਦੇ ਸੀ ਉਹਨਾਂ ਸਮਿਆਂ ਦੇ ਵਿੱਚ।
ਜਦੋਂ ਏਡੀ ਵੱਡੀ ਰਕਮ ਹੋਈ ਤਾਂ ਮਹਾਂਪੁਰਖਾਂ ਨੇ ਇਹ ਰਕਮ ਲੈਣ ਨੂੰ ਜਿਹੜਾ ਸੀਗਾ ਪੂਰੀ ਤਰ੍ਹਾਂ ਨਾ ਕੀਤੀ। ਜਦੋਂ ਮਹਾਂਪੁਰਖਾਂ ਨੇ ਨਾ ਕੀਤੀ ਉਸ ਟਾਈਮ ਖਜ਼ਾਨਚੀ ਕਹਿਣ ਲੱਗਾ, ਕਹਿੰਦੇ ਮਹਾਂਪੁਰਖੋ ਏਡੀ ਵੱਡੀ ਰਕਮ ਔਰ ਇਹ ਰਾਜਾ ਏਡਾ ਵੱਡਾ ਦਾਨੀ, ਇਹੋ ਜਿਹਾ ਦਾਨੀ ਤੁਹਾਨੂੰ ਮਿਲਣਾ ਨਹੀਂ ਆ। ਪਰ ਕੁਛ ਬੈਠੀ ਸੰਗਤ ਜਿਹੜੀ ਸੀ ਉਹ ਬੋਲ ਉੱਠੀ, ਉਹ ਕਹਿਣ ਲੱਗੇ ਜੇ ਏਡੇ ਵੱਡੇ ਰਾਜਾ ਦਾਨੀ ਆ ਜਿਹੜੇ ਲੱਖ ਰੁਪਈਆ ਭੇਟ ਕਰਦੇ ਆ, ਤੇ ਏਡੇ ਵੱਡੇ ਤਿਆਗੀ ਸਾਧੂ ਸੰਤ ਮਹਿਤਾਬ ਸੂਹਾਂ ਵਰਗੇ ਉਹ ਵੀ ਇਹਨਾਂ ਨੂੰ ਨਹੀਂ ਲੱਭਣੇ। ਜਦ ਇਸ ਤਰ੍ਹਾਂ ਦੀ ਗੱਲ ਹੋਈ ਤਾਂ ਫਿਰ ਰਾਜਾ ਚੁੱਪ ਕਰ ਗਿਆ। ਫਿਰ ਰਾਜੇ ਨੇ ਜਿਹੜੀ ਸੀ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਕੀਤੀ ਅਤੇ ਇਹ ਕਹਿਤਾ ਜੀ ਇਹ ਜਿਹੜੀ ਭੇਟਾ ਹੈਗੀ ਆ ਮੈਂ ਹੁਣ ਇਹ ਆਪਣੇ ਖਜ਼ਾਨੇ ਦੇ ਵਿੱਚੋਂ ਪੂਰੀ ਤਰ੍ਹਾਂ ਬਾਹਰ ਕੱਢ ਦਿੱਤੀ, ਆਪਦੀ ਭੇਟਾ ਕਰ ਦਿੱਤੀ ਆ। ਅਗਰ ਇਹ ਭੇਟਾ ਤੁਸੀਂ ਸਵੀਕਾਰ ਨਹੀਂ ਕਰੋਗੇ, ਮੈਂ ਇਸ ਭੇਟਾ ਨੂੰ ਦੁਬਾਰਾ ਆਪਣੇ ਖਜ਼ਾਨੇ 'ਚ ਜਮ੍ਹਾਂ ਕਰਾਊਂਗਾ ਅਤੇ ਫਿਰ ਮੇਰਾ ਜਿਹੜਾ ਜਮ੍ਹਾਂ ਪੈਸਾ ਖਜ਼ਾਨੇ ਦਾ ਉਹ ਵੀ ਜਿਹੜਾ ਸਾਰਾ ਬਰਬਾਦ ਹੋ ਜਾਊਗਾ। ਇਸ ਕਰਕੇ ਜੇ ਮੇਰਾ ਇੱਕ ਅਸੂਲ ਹੈ ਕਿ ਜਿਹੜੀ ਭੇਟਾ ਮੈਂ ਮਹਾਂਪੁਰਖਾਂ ਦੇ ਚਰਨਾਂ 'ਚ ਰੱਖ ਦਿੰਦਾ ਮੈਂ ਵਾਪਸ ਨਹੀਂ ਲੈਂਦਾ। ਜਦ ਇਸ ਤਰ੍ਹਾਂ ਦੀ ਗੱਲਬਾਤ ਹੋਈ ਉਸ ਟਾਈਮ ਦੱਸਦੇ ਕਿ ਕੁਛ ਨਿਰਮਲੇ ਸਾਧੂ ਜਿਹੜੇ ਸੀ ਸੰਤ ਮਹਿਤਾਬ ਉਹਨਾਂ ਦੇ ਪਾਸ ਬੈਠੇ ਸੀਗੇ। ਜਦ ਉਹਨਾਂ ਦੇ ਪਾਸ ਬੈਠੇ ਸੀ ਫਿਰ ਉਹਨਾਂ ਨਿਰਮਲੇ ਸਾਧੂਆਂ ਨੇ ਮਹਾਂਪੁਰਖ ਅੱਗੇ ਬੇਨਤੀ ਕੀਤੀ ਕਿ ਮਹਾਂਪੁਰਖੋ ਦੇਖੋ ਜਿੰਨੇ ਵੀ ਜਿਹੜੇ ਸਾਧੂ ਆ ਜਾਂ ਦੂਸਰੇ ਧਰਮਾਂ ਦੇ ਸਾਧੂ ਸੰਤ ਆ ਉਹਨਾਂ ਨੇ ਆਪੋ ਆਪਣੇ ਜਿਹੜੇ ਉਹ ਆਸ਼ਰਮ ਬਣਾਏ ਆ ਬੜੇ ਸੁੰਦਰ, ਪਰ ਕਿਉਂਕਿ ਜਿਹੜੇ ਨਿਰਮਲੇ ਸਾਧੂ ਆ ਉਹਨਾਂ ਦੇ ਵਾਸਤੇ ਅਜੇ ਤੱਕ ਕੋਈ ਇਸ ਤਰ੍ਹਾਂ ਦਾ ਸਥਾਨ ਨਹੀਂ ਬਣਿਆ। ਅਤੇ ਅਸੀਂ ਆਪ ਜੀ ਦੇ ਪਾਸ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਰਕਮ ਆ ਕਿਉਂ ਨਾ ਹੋਵੇ ਕਿ ਇੱਕ ਮਹਾਂਪੁਰਖਾਂ ਦਾ ਜਿਹੜਾ ਹੈ ਨਾ ਸੁੰਦਰ ਸਥਾਨ ਬਣਾਇਆ ਜਾਵੇ ਜਿੱਥੇ ਸਾਧ ਸੰਗਤ ਆਵੇ, ਆ ਕੇ ਲੰਗਰ ਪਾਣੀ ਛਕੇ, ਰਹਿਣ ਲਈ ਰਿਹਾਇਸ਼ ਹੋਵੇ। ਸਾਰਾ ਕੁਛ ਜਿਹੜਾ ਹੈ ਨਾ ਇਸ ਪੈਸੇ ਦੇ ਨਾਲ ਹੋ ਸਕਦਾ ਹੈ, ਸਾਰੀ ਸਹੂਲਤ ਬਣ ਸਕਦੀ ਹੈ। ਜਦ ਇੰਨੀ ਗੱਲ ਹੋਈ ਸੀ ਫਿਰ ਸੰਤ ਮਹਿਤਾਬ ਸੋਹਣੇ ਨੇ ਆਖਿਆ ਸੀ, ਕਹਿੰਦੇ ਚਲੋ ਠੀਕ ਆ ਭਾਈ, ਜਿਵੇਂ ਸੰਗਤ ਨੂੰ ਚੰਗਾ ਲੱਗਦਾ ਉਸ ਤਰ੍ਹਾਂ ਕਰ ਲਓ। ਉਸ ਤੋਂ ਬਾਅਦ ਜਾਣੀ ਕਿ ਇਹ ਜਿਹੜੇ ਨਿਰਮਲੇ ਸਾਧੂ ਸੀ ਇਹ ਲੱਖ ਰੁਪਈਏ ਦੀ ਭੇਟਾ ਦੇ ਨਾਲ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਸੀ ਉਹਨਾਂ ਟਾਈਮਾਂ ਦੇ ਵਿੱਚ ਇਹ ਅਸਥਾਨ ਬਣਾਏ ਸੀਗੇ ਸਿੱਖੀ ਦੇ ਕੇਂਦਰ। ਉਸ ਤੋਂ ਬਾਅਦ ਇਹ ਜਿਹੜੇ ਅਸਥਾਨ ਸੀਗੇ ਫਿਰ ਬਣਨੇ ਸ਼ੁਰੂ ਹੋ ਗਏ ਸੀ। ਸੋ ਇਹ ਸਾਰੀ ਜਿਹੜੀ ਕਿਰਿਆ ਹੈਗੀ ਆ ਇਹ ਮਹਾਂਪੁਰਖ ਸੰਤ ਬਾਬਾ ਮਹਿਤਾਬ ਸੋਹਣਾ ਦੇ ਤੇਜ ਤਾਪ ਕਰਕੇ ਜਿਹੜੀ ਸੀ ਉਹਨਾਂ ਟਾਈਮਾਂ ਦੇ ਵਿੱਚ ਸ਼ੁਰੂ ਹੋਈ ਸੀਗੀ। ਪਰ ਮਹਾਂਪੁਰਖ ਸਭ ਕੁਛ ਹੁੰਦਿਆਂ ਹੋਇਆਂ ਵੀ ਜਿਹੜੇ ਸੀ ਉਹ ਬੇਪਰਵਾਹ ਰਹਿੰਦੇ ਸੀਗੇ। ਜਿਵੇਂ ਚੰਡੀਗੜ੍ਹ ਦੇ ਲਾਗੇ ਇੱਕ ਮਹਾਂਪੁਰਖ ਸੀਗੇ, ਇਹ ਵੀ ਜਿਹੜੇ ਮਹਾਂਪੁਰਖ ਸੀਗੇ ਬਿਲਕੁਲ ਬੇਪਰਵਾਹ ਹੁੰਦੇ ਸੀਗੇ। ਅਤੇ ਮਹਾਂਪੁਰਖਾਂ ਨੇ ਵੀ ਆਪਣੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਜਿਹੜੀ ਸੀ ਉਹ ਯਾਦਗਾਰੀ ਅਸਥਾਨ ਇਸ ਤਰ੍ਹਾਂ ਦਾ ਕੁਛ ਨਹੀਂ ਸੀ ਬਣਾਇਆ। ਅਤੇ ਇਹਨਾਂ ਦੇ ਵੀ ਆਪਣਾ ਆਸਣ ਜਿਹੜਾ ਸੀਗਾ ਇੱਕ ਬ੍ਰਿਕਸ਼ ਦੇ ਹੇਠਾਂ ਰੱਖਿਆ ਹੁੰਦਾ ਸੀ। ਅਤੇ ਮਹਾਂਪੁਰਖ ਜਿਹੜੇ ਇੰਨੇ ਬੇਪਰਵਾਹ ਹੁੰਦੇ ਸੀ ਜਦ ਸੰਗਤ ਆਉਂਦੀ ਹੁੰਦੀ ਸੀ ਜੋ ਭਜਨ ਕਹਿੰਦੇ ਸੀਗੇ ਸੱਤ ਹੋ ਜਾਂਦਾ ਸੀ। ਦੱਸਦੇ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਸੀ ਉਸ ਟਾਈਮ ਦੇ ਜਿਹੜੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਪੰਜਾਬ ਦੇ ਹੁੰਦੇ ਸੀ, ਜਦ ਉਹਨਾਂ ਨੂੰ ਇਹਨਾਂ ਮਹਾਂਪੁਰਖਾਂ ਬਾਰੇ ਪਤਾ ਲੱਗਾ ਅਤੇ ਇਹਨਾਂ ਦੇ ਮਨ ਦੇ ਵਿੱਚ ਹੀ ਵਿਚਾਰ ਉੱਠੀ ਕਿ ਮੈਨੂੰ ਵੀ ਇਹੋ ਜਿਹੇ ਮਹਾਤਮਾ ਦੇ ਦਰਸ਼ਨ ਕਰਨੇ ਚਾਹੀਦੇ ਆ। ਔਰ ਖ਼ਾਸ ਕਰਕੇ ਜਿਹੜੇ ਰਾਜਨੀਤਿਕ ਲੋਕੀ ਹੁੰਦੇ ਆ ਉਹਨਾਂ ਦੇ ਅੰਦਰ ਜਿਹੜੀ ਆ ਸੱਤਾ ਦਾ ਹੀ ਲੋਭ ਲਾਲਚ ਉਹ ਤਾਂ ਨੁੱਕ ਨੱਕ ਭਰਿਆ ਹੁੰਦਾ, ਇਹ ਤਾਂ ਮਹਾਂਪੁਰਖਾਂ ਨੂੰ ਪਤਾ ਹੀ ਆ। ਉਸ ਤੋਂ ਬਾਅਦ ਫਿਰ ਗਿਆਨੀ ਜੈਲ ਸਿੰਘ ਹੁਣਾਂ ਨੇ ਜਿਹੜਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਆਪਣੇ ਨਾਲ ਦੇ ਸਾਥੀਆਂ ਨੂੰ ਬੁਲਾਇਆ ਅਤੇ ਇੱਛਾ ਜ਼ਾਹਰ ਕੀਤੀ ਕਿ ਸਾਨੂੰ ਜਿਹੜਾ ਹੈ ਨਾ ਮਹਾਂਪੁਰਖਾਂ ਦੇ ਦਰਸ਼ਨ ਕਰਨ ਜਾਣਾ, ਇਸ ਕਰਕੇ ਸਾਰਾ ਬੰਦੋਬਸਤ ਕੀਤਾ ਜਾਵੇ। ਜਦ ਇਹ ਬੰਦੋਬਸਤ ਸ਼ੁਰੂ ਹੋਇਆ ਉਸ ਟਾਈਮ ਜਿਹੜੇ ਪੁਲਿਸ ਦੇ ਕੁਛ ਕਰਮਚਾਰੀ ਸੀ ਹੈ ਨਾ ਉਹ ਮਹਾਂਪੁਰਖਾਂ ਦੇ ਪਾਸ ਪਹਿਲਾਂ ਹੀ ਪਹੁੰਚੇ। ਜਦ ਪਹੁੰਚੇ ਤਾਂ ਮਹਾਂਪੁਰਖ ਜਿਹੜੇ ਨਾਲ ਦੇ ਪ੍ਰੇਮੀਆਂ ਨੂੰ ਕਹਿਣ ਲੱਗੇ ਕਿ ਇੰਨੀ ਭਾਰੀ ਫੋਰਸ ਜਿਹੜੀ ਹੈ ਇਹ ਸਾਡੇ ਪਾਸ ਆਈ ਆ, ਇਹਦਾ ਕਾਰਨ ਕੀ ਆ? ਅਤੇ ਫਿਰ ਸਾਰੀ ਸੰਗਤ ਨੇ ਦੱਸਿਆ ਜੀ ਗਿਆਨੀ ਜੈਲ ਸਿੰਘ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਹੈਗੇ ਆ ਉਹ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਵੀ ਅਸੀਂ CM ਤੋਂ ਕੀ ਲੈਣਾ ਹੈਗਾ, ਸਾਡਾ ਚੀਫ ਮਿਨਿਸਟਰਾਂ ਨਾਲ ਕੀ ਕੰਮ ਹੈਗਾ, ਅਤੇ ਇਸ ਕਰਕੇ ਤੁਸੀਂ ਇਹ ਕੰਮ ਨਾ ਕਰੋ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਕਹਿਣ ਲੱਗੇ ਜੀ ਉਹ ਤਾਂ ਉੱਧਰੋਂ ਤਿਆਰੀ ਹੋ ਗਈ ਆ ਅਤੇ ਜਿਹੜੇ ਗਿਆਨੀ ਜੈਲ ਸਿੰਘ ਹੈਗੇ ਆ ਉਹ ਤਾਂ ਜਿਹੜੇ ਆਪਣੇ ਮੰਤਰੀਆਂ ਦੇ ਨਾਲ ਆਪ ਜੀ ਦੇ ਪਾਸ ਪਹੁੰਚ ਰਹੇ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਮਹਾਂਪੁਰਖਾਂ ਨੇ ਆਖਿਆ, ਕਹਿੰਦੇ ਚਲੋ ਠੀਕ ਅਗਰ ਪਹੁੰਚ ਰਹੇ ਤਾਂ ਚਲੋ ਕੋਈ ਗੱਲ ਨਹੀਂ, ਪਰ ਦੂਸਰੀ ਗੱਲ ਇਹ ਆ ਕਿ ਮੈਂ ਉਹਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਨਹੀਂ ਕਰਨੀ ਹੈਗੀ ਆ। ਹਾਂ ਆ ਜਾਊਗਾ ਚਲੋ ਠੀਕ ਆ ਬੈਠ ਜਾਊਗਾ, ਪਰ ਮੇਰੇ ਨਾਲ ਕਿਸੇ ਤਰ੍ਹਾਂ ਦੀ ਕੋਈ ਵਿਚਾਰ ਗੱਲ ਨਾ ਕਰੇ। ਜਦ ਮਹਾਂਪੁਰਖਾਂ ਨੇ ਸਾਫ਼ ਕਹਿਤਾ ਸਾਰੀ ਸੰਗਤ ਨੇ ਜਿਹੜਾ ਸੀਗਾ ਇਹ ਸਾਰੀ ਗੱਲਬਾਤ ਗਿਆਨੀ ਜੈਲ ਸਿੰਘ ਨੂੰ ਪਹਿਲਾਂ ਦੱਸ ਦਿੱਤੀ ਕਿ ਮਹਾਂਪੁਰਖਾਂ ਦੇ ਪਾਸ ਜਾਓ ਬੈਠੋ ਕੋਈ ਗੱਲ ਨਹੀਂ, ਪਰ ਮਹਾਂਪੁਰਖਾਂ ਨੇ ਆਪ ਜੀ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਆ ਕੋਈ ਵੀ ਗੱਲਬਾਤ ਉਹਦੀ ਇਜਾਜ਼ਤ ਨਹੀਂ ਦਿੱਤੀ ਹੈ। ਜਦ ਇੰਨੀ ਗੱਲ ਹੋਈ ਫਿਰ ਦੱਸਦੇ ਆ ਗਿਆਨੀ ਜੈਲ ਸਿੰਘ ਜਦ ਆਇਆ ਸੀਗਾ ਨਾ ਟਾਈਮਾਂ 'ਚ ਬਹੁਤ ਸਾਰੀਆਂ ਫਰੂਟ ਦੀਆਂ ਟੋਕਰੀਆਂ ਅਤੇ ਮਠਿਆਈ ਲੈ ਕੇ ਆਇਆ ਸੀਗਾ। ਜਦ ਐਸੇ ਉਹਨੇ ਆ ਕੇ ਨਾ ਮਹਾਂਪੁਰਖਾਂ ਦੇ ਚਰਨਾਂ 'ਚ ਮੱਥਾ ਟੇਕਿਆ, ਪਰ ਮਹਾਂਪੁਰਖਾਂ ਨੇ ਉਸ ਨੂੰ ਕਿਸੇ ਤਰ੍ਹਾਂ ਦੀ ਅਸੀਸਤਾ ਕੀ ਦੇਣੀ ਆ ਗਿਆਨੀ ਜੈਲ ਸਿੰਘ ਵੱਲ ਦੇਖਿਆ ਵੀ ਨਹੀਂ। ਜਦ ਦੇਖਿਆ ਨਹੀਂ ਕੁਛ ਚਿਰ ਜਿਹੜੇ ਸੀ ਗਿਆਨੀ ਜੈਲ ਸਿੰਘ ਆਪਣੇ ਮਿਨਿਸਟਰਾਂ ਨਾਲ ਬੈਠੇ ਰਹੇ। ਜਦ ਬੈਠੇ ਰਹੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਬੇਨਤੀ ਕੀਤੀ ਕਿ ਮਹਾਂਪੁਰਖ ਮੈਂ ਕੁਛ ਪ੍ਰਸ਼ਾਦ ਲੈ ਕੇ ਆਇਆ
ਤੇ ਤੁਸੀਂ ਇਹ ਪ੍ਰਸ਼ਾਦ ਸਵੀਕਾਰ ਕਰੋ। ਜਦ ਟੋਕਰੀਆਂ ਅੱਗੇ ਮਠਿਆਈਆਂ ਦੀਆਂ ਫਰੂਟਾਂ ਦੀਆਂ ਰੱਖੀਆਂ ਤੇ ਫਿਰ ਮਹਾਂਪੁਰਖਾਂ ਨੇ ਜਿਹੜੇ ਸੀ ਸੇਵਾਦਾਰ ਨੂੰ ਕਹਿਤਾ, ਕਹਿੰਦੇ ਭਾਈ ਇਸ ਤਰ੍ਹਾਂ ਕਰੋ ਵੀ ਇਹ ਜਿਹੜੀਆਂ ਟੋਕਰੀਆਂ ਪ੍ਰਸ਼ਾਦ ਆ, ਜਿੰਨੀ ਵੀ ਆਲੇ ਦੁਆਲੇ ਜਿਹੜੀ ਉਹ ਸੰਗਤ ਆਈ ਆ ਜਾਂ ਹੋਰ ਵੀ ਇਹਨਾਂ ਦੇ ਨਾਲ ਦੇ ਅਹਿਲਕਾਰ ਹੈ, ਸਾਰਿਆਂ ਨੂੰ ਵਰਤਾ ਦਿਓ। ਦੇਖੋ ਜਦ ਇੰਨੀ ਗੱਲ ਹੋਈ ਤਾਂ ਫਿਰ ਜਿਹੜੇ ਗਿਆਨੀ ਜੈਲ ਸਿੰਘ ਦੇ ਖਾਸ ਆਦਮੀ ਸੀ ਉਹ ਮਹਾਂਪੁਰਖਾਂ ਨੂੰ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਕਿਰਪਾ ਕਰੋ ਵੀ ਤੁਸੀਂ ਵੀ ਇਹਦੇ ਵਿੱਚੋਂ ਜਿਹੜਾ ਹੈਗਾ ਉਹ ਪ੍ਰਸ਼ਾਦ ਦਾ ਇੱਕ ਹਿੱਸਾ ਥੋੜ੍ਹਾ ਜਿਹਾ ਛਕ ਲਓ, ਤਾਂ ਜੋ ਸਾਨੂੰ ਇਹ ਧਰਵਾਸ ਹੋਵੇ ਕਿ ਅਸੀਂ ਇਹ ਜਿਹੜਾ ਪ੍ਰਸ਼ਾਦ ਆ ਉਹ ਆਪ ਜੀ ਨੇ ਅੰਗੀਕਾਰ ਕੀਤਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਵੀ ਜੋ ਅਸੀਂ ਕਹਿੰਦੇ ਤੁਸੀਂ ਉਸ ਤਰ੍ਹਾਂ ਕਰੋ, ਪਰ ਜਦੋਂ ਬਾਰ-ਬਾਰ ਕਹਿਣ ਲੱਗੇ ਕਿ ਤੁਸੀਂ ਥੋੜ੍ਹਾ ਜਿਹਾ ਤਾਂ ਪ੍ਰਸ਼ਾਦ, ਚਲੋ ਫਰੂਟ ਥੋੜ੍ਹਾ ਜਿਹਾ ਖਾ ਲਓ। ਜਦ ਇੰਨੀ ਗੱਲ ਹੋਈ ਤਾਂ ਫਿਰ ਮਹਾਂਪੁਰਖਾਂ ਨੇ ਆਖਿਆ ਸੀ, ਕਹਿੰਦੇ ਭਾਈ ਇਹ ਫਰੂਟ ਜਿਹੜਾ ਹੈਗਾ ਸਾਡੇ ਖਾਣ ਵਾਲਾ ਨਹੀਂ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਸਾਰੇ ਜਿਹੜੇ ਸੀ ਕੋਈ ਚੁੱਪ ਕਰਕੇ, ਗਿਆਨੀ ਜੈਲ ਸਿੰਘ ਜਿਹੜਾ ਸੀ ਕੋਲ ਬੈਠਾ ਮਹਾਂਪੁਰਖਾਂ ਵੱਲ ਦੇਖਦਾ ਰਿਹਾ। ਉਸ ਤੋਂ ਬਾਅਦ ਫਿਰ ਕਿਸੇ ਨੇ ਜ਼ਿਆਦਾ ਤਰਲਾ ਕੀਤਾ, ਕਹਿੰਦੇ ਚਲੋ ਮਹਾਂਪੁਰਖ ਅਗਰ ਤੁਸੀਂ ਨਹੀਂ ਖਾਣਾ ਤਾਂ ਹੱਥ ਹੀ ਲਾ ਦਿਓ। ਤੇ ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਇਹ ਜਿਹੜਾ ਪ੍ਰਸ਼ਾਦ ਹੈ ਸਾਡੇ ਹੱਥ ਲਾਉਣ ਦੇ ਵੀ ਕਾਬਲ ਨਹੀਂ ਹੈ, ਕਿਉਂਕਿ ਮਹਾਂਪੁਰਖਾਂ ਨੂੰ ਪਤਾ ਹੈਗਾ ਕਿ ਜਿਹੜੇ ਰਾਜਨੀਤਿਕ ਸੱਤਾ ਆਗੂ ਜਾਂ ਰਾਜੇ ਮਹਾਰਾਜੇ ਹੁੰਦੇ ਆ, ਉਹਨਾਂ ਦਾ ਜਿਹੜਾ ਖਾਧਾ ਹੋਇਆ ਕੋਈ ਵੀ ਅੰਨ ਹੈਗਾ ਉਹ ਮਹਾਂਪੁਰਖਾਂ ਵਾਸਤੇ ਖਾਸ ਕਰਕੇ ਇੱਕ ਜ਼ਹਿਰ ਦੀ ਨਹੀਂ ਹੁੰਦਾ ਹੈਗਾ। ਜਦ ਇਹ ਜਿਹੜੀ ਗੱਲਬਾਤ ਸੀਗੀ ਇਹ ਸਾਰੀ ਸੰਗਤ ਨੇ ਜਦ ਮਹਾਂਪੁਰਖਾਂ ਦੇ ਆਪ ਰਸਨਾ ਤੋਂ ਸੁਣੀ ਸੀ ਤੇ ਫਿਰ ਦੱਸਦੇ ਆ ਗਿਆਨੀ ਜੈਲ ਸਿੰਘ ਜਿਹੜਾ ਸੀ ਉਹ ਨੀਵੀਂ ਪਾ ਕੇ ਬੈਠਾ ਰਿਹਾ, ਕੁਛ ਨਹੀਂ ਬੋਲਿਆ। ਪਰ ਉਸ ਤੋਂ ਬਾਅਦ ਫਿਰ ਜਿਹੜੇ ਸੀਗੇ ਇਹ ਵਾਪਸ ਚਲੇ ਗਏ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਅਸਲੀ ਮਹਾਂਪੁਰਖ ਹੁੰਦੇ ਆ ਨਾ, ਸੰਤ ਮਹਿਤਾਬ ਸਿੰਘ ਤੇ ਹੋਰ ਇਸ ਤਰ੍ਹਾਂ ਜਿਹੜੇ ਮਹਾਂਪੁਰਖ ਬ੍ਰਹਮ ਗਿਆਨੀ ਅਵਸਥਾ 'ਤੇ ਪਹੁੰਚੇ ਆ, ਇਹੋ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਹੁੰਦੇ ਆ ਉਹ ਇਹਨਾਂ ਮਹਾਨ ਹਸਤੀਆਂ ਜਿਹੜੀਆਂ ਦੁਨਿਆਵੀ ਆਪਣੇ ਆਪ ਨੂੰ ਕਹਾਉਂਦੀਆਂ ਹੈਗੀਆਂ ਉਹਨਾਂ ਤੋਂ ਬੇਪਰਵਾਹ ਰਹਿੰਦੇ ਆ। ਕਿਉਂਕਿ ਆਮ ਆਪਾਂ ਦੇਖਦੇ ਹਾਂ ਕਿ ਅਗਰ ਪਿੰਡ ਦੇ ਵਿੱਚ ਕਿਸੇ ਦੀ ਜਿਹੜੀ ਹੈਗੀ ਉਹ ਥੋੜ੍ਹੀ ਜਿਹੀ ਬੈਠਣੀ ਉੱਠਣੀ ਇੱਕ ਸਰਪੰਚ ਨਾ ਹੋਵੇ ਤਾਂ ਉਹ ਪਿੰਡ ਦੇ ਵਿੱਚ ਮਾਣ ਨਹੀਂ ਆਪਣੇ ਆਪ ਨੂੰ ਕਹਾਉਂਦਾ, ਜਾਂ ਉਸ ਤੋਂ ਉੱਤੇ ਜੇ ਅਗਰ ਕਿਸੇ ਦੀ ਕਿਸੇ MLA ਦੇ ਨਾਲ ਥੋੜ੍ਹੀ ਬਹਿਣੀ ਉੱਠਣੀ ਆ ਉਹ ਵੀ ਆਪਣੇ ਆਪ ਨੂੰ ਦਲੇਰ ਸਮਝਦਾ। ਇਸ ਤਰ੍ਹਾਂ ਜਿੱਦਾਂ ਜਿੱਦਾਂ ਕਿਸੇ ਦੇ ਕਿਸੇ ਉੱਚੇ ਮਹਿਕਮੇ ਦੇ ਵਿੱਚ ਆਉਣੀ ਜਾਣੀ ਆ ਉਹ ਆਪਣੇ ਆਪ ਨੂੰ ਓਡਾ ਜਿਹੜਾ ਹਉਮੈ ਦੇ ਵਿੱਚ ਵੱਡਾ ਆਦਮੀ ਸਮਝਦਾ ਹੈਗਾ। ਪਰ ਅਸਲ ਦੇ ਵਿੱਚ ਕੀ ਆ ਇੱਥੇ ਕਿ ਜਿਹੜੇ ਮਹਾਂਪੁਰਖ ਆ ਜਿਨ੍ਹਾਂ ਦੇ ਅੰਗ ਸੰਗ ਹਮੇਸ਼ਾ ਪਰਮਾਤਮਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਰਹਿੰਦੇ ਆ, ਤੇ ਇਹੋ ਜਿਹੇ ਮਹਾਤਮਾ ਤਾਂ ਫਿਰ ਦੁਨੀਆ ਤੋਂ ਬੇਪਰਵਾਹ ਰਹਿੰਦੀ ਹੈ। ਕਿਉਂਕਿ ਇਹੋ ਜਿਹੜੇ ਮਹਾਤਮਾ ਹੁੰਦੇ ਕੇਵਲ ਤੇ ਕੇਵਲ ਗਰੀਬ ਨਵਾਜ ਇਹਨਾਂ ਨੂੰ ਹੀ ਪਹਿਲ ਦਿੰਦੇ ਆ। ਹੋਰ ਜਿਹੜੇ ਵੱਡੇ ਲੋਕਾਂ ਤੋਂ ਇਹ ਆਪਣੀ ਜਿਹੜੀ ਦੂਰੀ ਹੈਗੀ ਉਹ ਕੋਹਾਂ ਦੂਰ ਬਣਾਈ ਰੱਖਦੇ ਆ। ਕਿਉਂਕਿ ਇਹਨਾਂ ਨੂੰ ਦੁਨਿਆਵੀ ਲੋਕਾਂ ਦੇ ਨਾਲ ਕੋਈ ਗਰਜ ਨਹੀਂ ਹੁੰਦੀ ਹੈ, ਕਿ ਉਹਨਾਂ ਨੂੰ ਪਤਾ ਹੁੰਦਾ ਕਿ ਜਿਹੜੇ ਖਾਸ ਕਰਕੇ ਵੱਡੇ ਲੋਕੀ ਕੁਰਸੀਆਂ ਦੇ ਨਾਲ ਚੁੰਬੜੇ ਹੁੰਦੇ ਆ ਉਹ ਲੋਭ ਤੇ ਸੱਤਾ ਦੇ ਭੁੱਖੇ ਰਹਿੰਦੇ ਆ। ਉਹਨਾਂ ਦੇ ਅੰਦਰ ਇਹ ਜਿਹੜੀ ਲੋਭ ਲਾਲਸਾ ਹੈਗੀ ਆ ਉਹ ਨੱਕੋ ਨੱਕ ਭਰੀ ਹੁੰਦੀ ਆ। ਤੇ ਪਰ ਜਿਹੜੇ ਗਰੀਬ ਗੁਰਪੇ ਹੁੰਦੇ ਉਹਨਾਂ ਦੇ ਅੰਦਰ ਜਿਹੜੀ ਉਹ ਮਹਾਂਪੁਰਖਾਂ ਜਾਂ ਸੰਗਤ ਦੇ ਪ੍ਰਤੀ ਸੇਵਾ ਕਰਨ ਦੀ ਜਿਹੜੀ ਭਾਵਨਾ ਨੱਕੋ ਨੱਕ ਭਰੀ ਹੁੰਦੀ ਆ। ਇਸ ਕਰਕੇ ਗੁਰਬਾਣੀ ਨੇ ਆਖਿਆ ਹੈ ਕਿ ਹੈ ਗਏ ਵਾਹਨ ਸਗਨ ਕਣ ਛਤਰਪਤੀ ਕੀ ਨਾਰ, ਟਾਸ ਪਟੰਤਰ ਨਾ ਪੂਜੇ ਹਰ ਜਨ ਕੀ ਪਨਹਾਰ। ਕਬੀਰ ਨ੍ਰਿਪ ਨਾਰੀ ਕਿਉ ਨਿੰਦੀਏ ਕਿਉ ਹਰ ਚੇਰੀ ਕੋ ਮਾਣ, ਉਹ ਮੰਗ ਸਵਾਰੇ ਵਿਖੇ ਕੋ ਉਸ ਸਿਮਰੇ ਹਰ ਨਾਮ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਹੜੇ ਗਰੀਬ ਹਿਰਦੇ ਹਿਰਦੇ ਗਰੀਬੀ ਵਾਲੇ ਜਿਹੜੇ ਗੁਰਮੁਖ ਪਿਆਰੇ ਆ ਜਿਹੜੇ ਸੰਗਤ ਦੀ ਸੇਵਾ ਕਰਦੇ ਆ ਉਹਨਾਂ ਨੂੰ ਹੀ ਵਡਿਆਈ ਇਹੋ ਜਿਹੇ ਮਹਾਂਪੁਰਖਾਂ ਦੇ ਪਾਸੋਂ ਮਿਲਦੀ ਹੈ। ਤੇ ਇਹੋ ਜਿਹੇ ਮਹਾਂਪੁਰਖ ਜਿਹੜੇ ਆ ਉਹਨਾਂ ਦੇ ਹੱਥਾਂ ਦਾ ਜਿਹੜੇ ਮਿੱਠੇ ਪ੍ਰਸ਼ਾਦੇ ਹੈਗੇ ਆ ਉਹ ਲੈ ਕੇ ਛਕਦੇ ਆ, ਕਿਉਂਕਿ ਗਰੀਬ ਨੂੰ ਇਹਦੇ ਵਿੱਚ ਪਹਿਲ ਹੈਗੀ ਆ। ਸੋ ਉਹਨਾਂ ਦੇ ਬਰਾਬਰ ਫਿਰ ਜਿਹੜਾ ਕੋਈ ਨਹੀਂ ਪਹੁੰਚ ਸਕਦਾ। ਬਾਕੀ ਜਿਹੜੇ ਦੁਨਿਆਵੀ ਰਾਜੇ ਆ ਜਿਵੇਂ ਗੁਰਬਾਣੀ ਨੇ ਆਖਿਆ ਕਿ ਹੈਗੇ ਵਾਹਨ ਸਗਨ ਕਨ ਲੱਖ ਤਜਾ ਫਰਾਏ, ਇਹਾਂ ਸੁਖ ਤੇ ਭਿਖਾ ਭਲੀ ਜੈ ਹਰ ਸਿਮਰਨ ਬਿਨ ਜਾਏ। ਇਹੋ ਜਿਹੇ ਲੋਕਾਂ ਦੇ ਭਾਵੇਂ ਲੱਖਾਂ ਝੰਡੇ ਝੂਲਦੇ ਹੋਣ ਪਰ ਇਹੋ ਜਿਹੇ ਝੰਡਿਆਂ ਨਾਲੋਂ ਕਹਿੰਦੇ ਕਿਸੇ ਦੇ ਦਰ ਦੇ ਉੱਤੇ ਭਿੱਖਿਆ ਮੰਗ ਲੈਣੀ ਜਿਹੜੀ ਉਹ 100 ਗੁਣਾ ਬਿਹਤਰ ਹੈਗੀ ਆ। ਕਿਉਂ? ਜਿਹੜੇ ਲੱਖਾਂ ਝੰਡੇ ਝੂਲਦੇ ਹੋਣ ਦੇ ਬਾਵਜੂਦ ਵੀ ਪਰਮਾਤਮਾ ਨੂੰ ਕਦੀ ਯਾਦ ਨਹੀਂ ਕਰਦੇ, ਔਰ ਜਿਹੜੇ ਹੈ ਉਹ ਡੰਗ ਦੀ ਡੰਗ ਰੋਟੀ ਪਾਣੀ ਖਾਂਦੇ ਆ ਪਰ ਜਲ ਛਕ ਕੇ ਪਰਮਾਤਮਾ ਦਾ ਸ਼ੁਕਰ ਕਰਦੇ ਆ। ਉਹਨਾਂ ਉੱਤੇ ਇਹਨਾਂ ਮਹਾਂਪੁਰਖਾਂ ਦੀ ਜਿਹੜੀ ਨਜ਼ਰ ਹਮੇਸ਼ਾ ਰਹਿੰਦੀ ਆ। ਤੇ ਇਹੋ ਜਿਹੜੇ ਮਹਾਂਪੁਰਖ ਹੈਗੇ ਆ ਉਹ ਹਮੇਸ਼ਾ ਆਪਣੀਆਂ ਸੀਸਾਂ ਉਹਨਾਂ ਸੰਗਤਾਂ ਦੇ ਸਿਰ ਦੇ ਉੱਤੇ ਹਮੇਸ਼ਾ ਰੱਖਦੇ ਆ। ਜਿਹੜੀਆਂ ਸੰਗਤਾਂ ਜਿਹੜੀਆਂ ਹੈ ਉਹ ਪਰਮੇਸ਼ਰ ਦਾ ਡਰ ਭਉ ਮਨ ਦੇ ਵਿੱਚ ਵਸਾ ਕੇ ਰੱਖਦੀਆਂ, ਆਏ ਗਏ ਦੀ ਸੇਵਾ ਕਰਦੀਆਂ ਤੇ ਹਿਰਦੇ ਗਰੀਬੀ ਧਾਰ ਕੇ ਰੱਖਦੀਆਂ ਹੈ। ਸੋ ਦੱਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਆ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।